ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਰੋਬਿਨ ਧੰਜਲ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰਾਂ ਦੇ ਆਰ-ਪਾਰ। ਤੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਖਬਰਾਂ ਸੰਬੰਧੀ ਵਿਚਾਰ ਚਰਚਾ ਕਰਾਂਗੇ ਤੇ ਸਾਡੇ ਨਾਲ ਸਾਡੇ ਸਟੂਡੀਓ ਵਿੱਚ ਹਾਜ਼ਰ ਨੇ ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ ਜੀ, ਜਿਹੜੇ ਕਿ ਸਾਡੇ ਨਾਲ ਖਬਰਾਂ ਸੰਬੰਧੀ ਵਿਚਾਰ ਚਰਚਾ ਕਰਨਗੇ। ਸਤਿ ਸ਼੍ਰੀ ਅਕਾਲ ਮਾਣਕ ਜੀ। ਸਤਿ ਸ਼੍ਰੀ ਅਕਾਲ ਮਾਣਕ ਜੀ, ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਹੋਣ ਜਾ ਰਹੀ ਹੈ। ਇੱਕ ਪਾਸੇ ਬੀਬੀ ਜਗੀਰ ਕੌਰ ਹੈ ਤੇ ਦੂਸਰੇ ਪਾਸੇ ਨੇ ਹਰਜਿੰਦਰ ਸਿੰਘ ਧਾਮੀ। ਤੁਹਾਨੂੰ ਕੀ ਲੱਗਦਾ ਹੈ ਕਿ ਇਸ ਚੋਣਾਂ ਦੇ ਵਿੱਚ ਪ੍ਰਧਾਨ ਕੌਣ ਬਣੇਗਾ ਤੇ ਦੂਸਰਾ ਇਸ ਚੋਣਾਂ ਦਾ ਸਿੱਖ ਪੰਥ ਉੱਤੇ ਕੀ ਪ੍ਰਭਾਵ ਪਏਗਾ? ਇਸ ਬਾਰੇ ਤੁਹਾਡਾ ਕੀ ਕਹਿਣਾ ਹੈ? ਧੰਜਲ ਜੀ, ਬਿਨਾਂ ਸ਼ੱਕ ਹੁਣ ਤੋਂ ਕੁਝ ਸਮਾਂ ਬਾਅਦ ਜਿਹੜਾ ਸ਼੍ਰੋਮਣੀ ਕਮੇਟੀ ਦਾ ਨਵਾਂ ਪ੍ਰਧਾਨ ਚੁਣਿਆ ਜਾਏਗਾ। ਇਸ ਵਾਰ ਇਹ ਚੋਣ ਵਿਸ਼ੇਸ਼ ਰਹੀ ਹੈ, ਭਾਵੇਂ ਕਿ ਹਰ ਸਾਲ ਜਿਹੜੀ ਅਹੁਦੇਦਾਰਾਂ ਦੀ ਚੋਣ ਹੁੰਦੀ ਹੈ। ਚੋਣਾਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 5 ਸਾਲ ਬਾਅਦ ਹੋਣੀਆਂ ਹੁੰਦੀਆਂ ਆ, ਪਰ ਕੇਂਦਰ ਸਰਕਾਰ ਨੇ ਚੋਣਾਂ ਕਰਾਉਣੀਆਂ ਹੁੰਦੀਆਂ, ਇਸ ਕਰਕੇ 11 ਸਾਲ ਚੋਣਾਂ ਨਹੀਂ ਵੀ ਹੁੰਦੀਆਂ। ਪਰ ਜਿਹੜੇ ਅਹੁਦੇਦਾਰ ਆ, ਜਿਹੜੇ ਅੰਤਰਿੰਗ ਕਮੇਟੀ ਤੇ ਪ੍ਰਧਾਨ ਸਮੇਤ ਅੰਤਰਿੰਗ ਕਮੇਟੀ ਜਿਹੜੀ ਹੈ ਹਰ ਸਾਲ ਚੁਣੀ ਜਾਂਦੀ ਹੈ ਨਵੰਬਰ ਦੇ ਮਹੀਨੇ 'ਚ, ਤੇ ਇਹ ਵੀ ਇਸ ਵਾਰ ਵੀ ਇਹ ਚੋਣਾਂ ਹੋ ਰਹੀਆਂ। ਪਰ ਕਿਉਂਕਿ ਅਕਾਲੀ ਦਲ ਬਾਦਲ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਿੱਚ ਬਹੁਤ ਸੰਮਤੀ ਰਹੀ ਹੈ, ਇਸ ਕਰਕੇ ਇਹ ਇੱਕ ਰਸਮੀ ਹੁੰਦੀ ਸੀ। ਕਿਉਂਕਿ ਅਕਾਲੀ ਦਲ ਦਾ ਪ੍ਰਧਾਨ ਹੈ ਜਿਹੜਾ, ਉਹ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨਾਲ ਗੈਰ ਰਸਮੀ ਤੌਰ ਤੇ ਵਿਚਾਰ ਵਟਾਂਦਰਾ ਕਰਕੇ ਜਿਹੜਾ ਉਹ ਇੱਕ ਲਿਸਟ ਬਣਾ ਦਿੰਦਾ ਸੀ ਅਹੁਦੇਦਾਰਾਂ ਦੀ, ਤੇ ਉਹਦੇ ਆਧਾਰ ਤੇ ਜਨਰਲ ਇਜਲਾਸ 'ਚ ਚੋਣ ਹੋ ਜਾਂਦੀ ਸੀਗੀ। ਪਰ ਇਸ ਵਾਰ ਬੀਬੀ ਜਗੀਰ ਕੌਰ ਨੇ ਕਈ ਜਿਹੜਾ ਮਹੀਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀਗਾ ਕਿ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਲੜਨਗੇ। ਤੇ ਉਹਨਾਂ ਨੇ ਇਸ ਸੰਬੰਧ 'ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਵੀ ਗੱਲ ਕੀਤੀ ਸੀ, ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਵੀ ਗੱਲ ਕੀਤੀ ਸੀ, ਤੇ ਹੋਰ ਜਿਹੜੇ ਅਕਾਲੀ ਦਲ ਦੇ ਅਹੁਦੇਦਾਰ ਆ ਉਹਨਾਂ ਨਾਲ ਵੀ ਗੱਲ ਕੀਤੀ ਸੀ। ਪਰ ਅਕਾਲੀ ਦਲ ਦੀ ਜਿਹੜੀ ਹਾਈ ਕਮਾਂਡ ਸੀਗੀ ਉਹ ਦੁਬਾਰਾ ਹਰਜਿੰਦਰ ਸਿੰਘ ਧਾਮੀ ਹੋਰਾਂ ਨੂੰ ਹੀ ਪ੍ਰਧਾਨ ਬਣਾਉਣਾ ਚਾਹੁੰਦੀ ਸੀ, ਜਿਨ੍ਹਾਂ ਨੂੰ 1 ਸਾਲ ਪਹਿਲਾਂ ਪ੍ਰਧਾਨ ਬਣਾਇਆ ਗਿਆ ਸੀਗਾ। ਇਹ ਗੱਲ ਪਹਿਲਾਂ ਸਿੱਧੇ ਢੰਗ ਨਾਲ ਜ਼ਾਹਰਾ ਗੁਪਤ ਤੌਰ ਤੇ ਧੁਖਦੀ ਰਹੀ ਅਕਾਲੀ ਤੇ ਪੰਥਕ ਹਲਕਿਆਂ ਵਿੱਚ, ਪਰ ਬੀਬੀ ਜਗੀਰ ਕੌਰ ਨੇ ਦ੍ਰਿੜਤਾ ਨਾਲ ਇਸ ਗੱਲ ਤੇ ਪਹਿਰਾ ਦਿੱਤਾ ਕਿ ਉਹ ਇਸ ਵਾਰ ਚੋਣ ਲੜੇਗੀ। ਤੇ ਉਹਨਾਂ ਨੇ ਮੁੱਦਾ ਵੀ ਇਹ ਬਣਾਇਆ ਕਿ ਜਿਸ ਤਰ੍ਹਾਂ ਹਰ ਵਾਰ ਅਕਾਲੀ ਦਲ ਦੇ ਪ੍ਰਧਾਨ ਦੀ ਜੇਬ ਚੋਂ ਲਿਫਾਫਾ ਨਿਕਲਦਾ, ਉਹਦੇ ਆਧਾਰ ਤੇ ਜਿਹੜੀ ਜਨਰਲ ਇਜਲਾਸ 'ਚ ਚੋਣ ਹੁੰਦੀ ਆ ਅਹੁਦੇਦਾਰਾਂ ਦੀ, ਉਹ ਇਸ ਤਰ੍ਹਾਂ ਦੀ ਵਿਧੀ ਦੇ ਖਿਲਾਫ ਆ, ਭਾਵੇਂ ਕਿ ਉਹ 4 ਵਾਰੀ ਖੁਦ ਇਸ ਤਰ੍ਹਾਂ ਪ੍ਰਧਾਨ ਬਣਦੇ ਰਹੇ ਆ। ਪਰ ਇਸ ਬਾਰੇ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੀ ਹੈ ਅਕਾਲੀ ਦਲ ਦੇ ਪ੍ਰਧਾਨ ਦੀ ਜੇਬ 'ਚੋਂ ਲਿਫਾਫਾ ਨਹੀਂ ਨਿਕਲਣਾ ਚਾਹੀਦਾ, ਲਿਫਾਫਾ ਕਲਚਰ ਦੇ ਉਹ ਖਿਲਾਫ ਨੇ। ਤੇ ਉਹਨਾਂ ਨੇ ਇਸ ਗੱਲ ਤੇ ਪਹਿਰਾ ਦਿੱਤਾ। ਉਹਨਾਂ ਨੂੰ ਮਨਾਉਣ ਦੇ ਅਕਾਲੀ ਦਲ ਨੇ ਬੜੇ ਯਤਨ ਕੀਤੇ, ਪਰ ਉਹਨਾਂ ਨੂੰ ਕਾਮਯਾਬੀ ਨਹੀਂ ਮਿਲੀ। ਹੁਣ ਜਦੋਂ ਕਿ ਥੋੜਾ ਜਿਹਾ ਸਮਾਂ ਰਹਿ ਗਿਆ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ 'ਚ, ਤੇ ਸਾਨੂੰ ਪਤਾ ਲੱਗ ਜਾਏਗਾ ਕੌਣ ਪ੍ਰਧਾਨ ਬਣਦਾ। ਜਿੱਥੋਂ ਤੱਕ ਸੰਭਾਵਨਾ ਦੀ ਗੱਲ ਆ, ਉਹਦੇ 'ਚ ਲੱਗਦਾ ਤਾਂ ਇਹੀ ਹੈ, ਕਿਉਂਕਿ ਅਕਾਲੀ ਦਲ ਬਾਦਲ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਿੱਚ ਹਜੇ ਵੀ ਬਹੁਤ ਸੰਮਤੀ ਹੈ। ਉਹਨਾਂ ਤੋਂ ਬਹੁਤ ਕੋਈ ਹੈਰਾਨੀਜਨਕ ਵੱਡਾ ਫੈਸਲਾ ਆਉਣ ਦੀ ਸੰਭਾਵਨਾ ਨਹੀਂ ਹੈ, ਪਰ ਬੀਬੀ ਜਗੀਰ ਕੌਰ ਨੂੰ ਵੀ ਜਿਹੜੀਆਂ ਕਾਫੀ ਵੋਟਾਂ ਮਿਲਣ ਦੀ ਸੰਭਾਵਨਾ ਹੈਗੀ ਆ, ਕਿਉਂਕਿ ਬਹੁਤ ਸਾਰੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਪਤ ਤੌਰ ਤੇ ਜ਼ਾਹਰਾ ਤੌਰ ਤੇ ਉਹਨਾਂ ਦਾ ਸਮਰਥਨ ਕਰਦੇ ਦੱਸੇ ਜਾ ਰਹੇ ਆ। ਤੇ ਜਿਹੜੀਆਂ ਆਮ ਤੌਰ ਤੇ ਅਕਾਲੀ ਦਲ ਬਾਦਲ ਵਿਰੋਧੀ ਸ਼੍ਰੋਮਣੀ ਕਮੇਟੀ ਮੈਂਬਰ ਹੈ, ਉਹਨਾਂ ਤੋਂ ਕੁਝ ਜ਼ਿਆਦਾ ਵੋਟਾਂ ਉਹਨਾਂ ਨੂੰ ਮਿਲਣ ਦੀ ਸੰਭਾਵਨਾ ਲੱਗਦਾ ਹੈ ਕਿ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੀ ਬਣਨਗੇ। ਪਰ ਜੇ ਅਜਿਹਾ ਨਹੀਂ ਹੁੰਦਾ ਤੇ ਬੀਬੀ ਜਿਹੜੀ ਆ ਪ੍ਰਧਾਨ ਬਣਦੀ ਹੈ, ਤੇ ਅਕਾਲੀ ਦਲ ਦੀ ਰਾਜਨੀਤੀ 'ਚ, ਸਿੱਖ ਰਾਜਨੀਤੀ 'ਚ ਇਹ ਹੇਠਲੀ ਉੱਪਰ ਆਉਣ ਵਾਲੀ ਗੱਲ ਹੋਏਗੀ, ਤੇ ਉਹਦੇ ਨਾਲ ਸੁਖਬੀਰ ਸਿੰਘ ਬਾਦਲ ਦੀ ਅਕਾਲੀ ਦਲ ਵਜੋਂ ਪ੍ਰਧਾਨ ਦੀ ਹੋਂਦ ਹੈ ਜਿਹੜੀ ਉਹ ਹੀ ਖਤਰੇ ਤੇ ਪੈ ਜਾਏਗੀ। ਉੱਤੇ ਸਵਾਲ ਖੜੇ ਹੋ ਜਾਣਗੇ। ਅਕਾਲੀ ਦਲ ਦੀ ਰਾਜਨੀਤੀ ਹੈ ਜਿਹੜੀ, ਉਹਦੇ ਵਿੱਚ ਬਹੁਤ ਵੱਡਾ ਮੋੜ ਆ ਜਾਏਗਾ। ਤੇ ਜਿਹੜਾ ਜੇ ਇਸ ਤਰ੍ਹਾਂ ਹੁੰਦਾ ਕਿ ਉਹ ਬੀਬੀ ਜਿੱਤਣ 'ਚ ਸਫਲ ਹੁੰਦੀ ਆ, ਪਰ ਜਿਹੜਾ ਮੇਰਾ ਅੰਦਾਜ਼ਾ ਇੱਕ ਪੱਤਰਕਾਰ ਦੇ ਤੌਰ ਤੇ ਅੰਦਾਜ਼ਾ ਆ ਕਿ ਬੀਬੀ ਵੋਟਾਂ ਵਧੇਰੇ ਲਿਜਾ ਸਕਦੀ ਆ, ਪਰ ਜਿੱਤਣਗੇ ਹਰਜਿੰਦਰ ਸਿੰਘ ਧਾਮੀ ਹੀ ਜਿੱਤਣਗੇ। ਇਹਦੇ ਨਾਲ ਤੰਜਲ ਜੀ ਗੱਲ ਇਹ ਵੀ ਹੈ ਕਿ ਭਾਵੇਂ ਬੀਬੀ ਇਹਦੇ ਜਿੱਤੇ ਚਾਹੇ ਨਾ ਜਿੱਤੇ, ਪਰ ਉਹਨਾਂ ਨੇ ਇੱਕ ਗੱਲ ਜਿਹੜੀ ਹੈ ਚੋਣਾਂ ਲੜਨ ਦਾ ਐਲਾਨ ਕਰਕੇ ਉਹਦੇ ਅਕਾਲੀ ਦਲ ਬਾਦਲ ਨੂੰ ਮਜਬੂਰ ਕਰਤਾ ਕਿ ਉਹ ਵੀ ਜਿਹੜਾ ਆਪਣਾ ਪ੍ਰਧਾਨ ਦੇ ਅਹੁਦੇ ਲਈ ਆਪਣਾ ਉਮੀਦਵਾਰ ਪਹਿਲਾਂ ਐਲਾਨੇ। ਪਹਿਲਾਂ ਜਿਹੜੇ ਲਿਫਾਫੇ 'ਚੋਂ ਨਾਂ ਨਿਕਲਦੇ ਸੀ, ਜਿਹੜਾ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ 'ਚ ਹੀ ਪਤਾ ਲੱਗਦਾ ਸੀ ਕਿ ਕੌਣ ਪ੍ਰਧਾਨ ਬਣ ਰਿਹਾ। ਇਸ ਵਾਰ ਉਹਨਾਂ ਨੂੰ ਆਪਣਾ ਪ੍ਰਧਾਨ ਜਿਹੜਾ ਪਹਿਲਾਂ ਐਲਾਨਣਾ ਪਿਆ, ਤੇ ਸੁਖਬੀਰ ਸਿੰਘ ਬਾਦਲ ਨੂੰ
ਕੱਲੇ ਮੈਂਬਰ ਨਾਲ ਮੁਲਾਕਾਤ ਵੀ ਕਰਨੀ ਪਈ। ਉਹਨਾਂ ਨੇ ਦੁਆਬੇ 'ਚ, ਮਾਝੇ 'ਚ ਤੇ ਮਾਲਵੇ 'ਚ ਜਿਹੜੀ ਉਹ ਮੈਂਬਰਾਂ ਨਾਲ ਸਮੂਹਿਕ ਮੀਟਿੰਗਾਂ ਵੀ ਕੀਤੀਆਂ ਤੇ ਕੱਲੇ ਮੈਂਬਰ ਨਾਲ ਵੀ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਆਪਣਾ ਪ੍ਰਧਾਨ ਦਾ ਅਹੁਦੇਦਾਰ ਵੀ ਪਹਿਲਾਂ ਐਲਾਨਣਾ ਪਿਆ। ਇਹ ਸਾਰਾ ਸਾਰਾ ਕੁਝ ਇਸੇ ਕਰਕੇ ਹੋਇਆ ਕਿ ਬੀਬੀ ਜਗੀਰ ਕੌਰ ਨੇ ਬਾਗੀ ਤੇਵਰ ਦਿਖਾਏ ਤੇ ਅਕਾਲੀ ਦਲ ਦੀ ਜਿਹੜੀ ਰਾਜਨੀਤੀ ਆ ਉਹਦੇ ਅੰਦਰ ਜਮਹੂਰੀ ਕਰਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਜਮਹੂਰੀਅਤ ਨੂੰ ਅੱਗੇ ਲੈ ਕੇ ਆਉਣ 'ਚ ਉਹਨਾਂ ਨੂੰ ਹੁਣ ਤੱਕ ਜਿਹੜੀ ਆ ਕਾਫੀ ਕਾਮਯਾਬੀ ਮਿਲੀ ਹੈ। ਭਾਵੇਂ ਇਹਨੂੰ ਕੋਈ ਪਸੰਦ ਕਰੇ ਜਾਂ ਨਾ ਕਰੇ, ਭਾਵੇਂ ਅਕਾਲੀ ਦਲ ਕਵੇ ਕਿ ਬੀਬੀ ਨੇ ਪਾਰਟੀ ਦੇ ਅਨੁਸ਼ਾਸਨ ਦੀ ਉਲੰਘਣਾ ਕੀਤੀ ਆ, ਪਰ ਅਕਾਲੀ ਦਲ ਦੀ ਰਾਜਨੀਤੀ ਦੇ ਅੰਦਰ ਤੇ ਸ਼੍ਰੋਮਣੀ ਕਮੇਟੀ ਦੀ ਚੋਣ ਦੇ ਅੰਦਰ ਜਿਹੜਾ ਜਮਹੂਰੀਅਤ ਦਾ ਅੰਸ਼ ਆ ਉਹਨੂੰ ਲੈ ਕੇ ਆਉਣ 'ਚ ਬੀਬੀ ਕਾਮਯਾਬ ਹੋਈ ਆ। ਚੋਣਾਂ ਜਿੱਤੇ ਚਾਹੇ ਨਾ ਜਿੱਤੇ। ਜੀ ਬਿਲਕੁਲ। ਬਾਕੀ ਇੱਕ ਪਾਸੇ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਅੱਜ ਚੋਣ ਹੋਣ ਜਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਬੀਤੇ ਦਿਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ 553ਵੇਂ ਪ੍ਰਕਾਸ਼ ਪੁਰਬ ਮੌਕੇ ਸੀਐਮ ਭਗਵੰਤ ਮਾਨ ਨੇ ਵੱਡਾ ਐਲਾਨ ਕੀਤਾ ਕਿ ਮੈਰਿਜ ਐਕਟ ਦੇ ਅਧੀਨ ਇਨ ਬਿਨ ਲਾਗੂ ਕੀਤਾ ਜਾਏਗਾ ਤੇ ਐਕਟ ਨੂੰ ਸਹੀ ਅਰਥਾਂ ਦੇ ਵਿੱਚ ਜਿਹੜਾ ਅਮਲ ਵਿੱਚ ਉਹ ਲਿਆਉਣਗੇ ਤੇ ਇਸ ਸੰਬੰਧੀ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾਵੇਗਾ। ਇਸ ਸੰਬੰਧੀ ਤੁਹਾਡਾ ਕੀ ਕਹਿਣਾ ਹੈ? ਉਹਦੇ 'ਚ ਵੱਖ-ਵੱਖ ਦਾਅਵੇ ਜਿਹੜੇ ਆ ਇਹਦੇ ਬਾਰੇ ਕੀਤੇ ਜਾ ਰਹੇ ਆ ਤੇ ਜਿਹੜੇ ਕੁਝ ਲੋਕ ਤਾਂ ਇਹ ਕਹਿ ਰਹੇ ਆ ਕਿ ਇਹ ਆਨੰਦ ਮੈਰਿਜ ਐਕਟ ਜਿਹੜਾ ਪੰਜਾਬ 'ਚ ਪਹਿਲਾਂ ਹੀ ਲਾਗੂ ਹੋ ਚੁੱਕਾ, ਇਹਦੇ ਕਾਇਦੇ ਕਾਨੂੰਨ ਨਿਯਮ ਵੀ ਬਣ ਚੁੱਕੇ ਆ। ਪਰ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ, ਭਗਵੰਤ ਮਾਨ ਹੋਰਾਂ ਨੇ ਐਲਾਨ ਕੀਤਾ ਕਿ ਬਾਕੀ 22 ਰਾਜਾਂ 'ਚ ਹਿੰਦੁਸਤਾਨ 'ਚ ਜਿਹੜਾ ਆਨੰਦ ਮੈਰਿਜ ਐਕਟ ਲਾਗੂ ਹੋ ਚੁੱਕਾ, ਪੰਜਾਬ ਇਹਨੂੰ ਲਾਗੂ ਕਰਨ 'ਚ ਪਿੱਛੇ ਰਹਿ ਗਿਆ। ਅਸੀਂ ਇਹ ਹੁਣ ਇਹਨੂੰ ਦੁਬਾਰਾ ਤੋਂ ਲਾਗੂ ਕਰਾਂਗੇ ਤੇ ਪਰ ਜਿਹੜਾ ਆਮ ਤੌਰ ਤੇ ਜਿਹੜਾ ਇਸ ਸਾਰੇ ਸਿਲਸਿਲੇ ਨਾਲ ਜੁੜੇ ਰਹੇ ਆ ਸਾਬਕ ਰਾਜ ਸਭਾ ਮੈਂਬਰ ਤਰਲੋਚਨ ਸਿੰਘ, ਉਹਨਾਂ ਦਾ ਪੱਖ ਇਹ ਆ ਕਿ ਇਹ ਜਿਹੜਾ ਐਕਟ ਪਹਿਲਾਂ ਹੀ ਲਾਗੂ ਹੋ ਚੁੱਕਾ ਹੈ, ਪਰ ਇੱਕ ਕਾਨੂੰਨੀ ਮਾਹਰ ਆ ਜਿਹੜੇ ਉਹ ਇਹ ਜਿਹੜਾ ਆਨੰਦ ਮੈਰਿਜ ਐਕਟ ਲਾਗੂ ਹੋਇਆ ਇਹਦੇ 'ਚ ਕਈ ਤਰੁੱਟੀਆਂ ਉਹ ਕੱਢ ਰਹੇ ਆ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਆਨੰਦ ਮੈਰਿਜ ਐਕਟ ਅਧੀਨ ਜਿਹੜੀ ਵਿਆਹ ਤਾਂ ਰਜਿਸਟਰਡ ਹੋ ਸਕਦਾ, ਕਿਸੇ ਸਿੱਖ ਜੋੜੇ ਦਾ ਵਿਆਹ ਤਾਂ ਰਜਿਸਟਰਡ ਹੋ ਸਕਦਾ, ਪਰ ਇਹਦੇ 'ਚ ਜਿਹੜੇ ਅੱਗੇ ਵਿਆਹ ਤੋਂ ਬਾਅਦ ਦੇ ਜਿਹੜੇ ਕਾਨੂੰਨੀ ਮਸਲੇ ਆ, ਫਰਜ਼ ਕੀਤਾ ਜੇ ਨਹੀਂ ਬਣਦੀ ਕਿਸੇ ਦੀ ਤੇ ਉਹ ਤਲਾਕ ਲੈਣਾ ਚਾਹੁੰਦੇ ਆ, ਆਨੰਦ ਮੈਰਿਜ ਐਕਟ 'ਚ ਕੋਈ ਵਿਵਸਥਾ ਨਹੀਂ ਹੈ। ਤੇ ਜੇ ਉਹ ਤੋਂ ਬਾਅਦ ਜੇ ਤਲਾਕ ਹੁੰਦਾ ਜੋੜੇ 'ਚ, ਕਿਸੇ ਵਿਆਹਤਾ ਜੋੜੇ 'ਚ, ਉਹਨਾਂ ਦੇ ਅੱਗੇ ਬੱਚੇ ਜਿਹੜੇ ਉਹਨਾਂ ਦੇ ਜਿਹੜੇ ਵਿਵਾਦ ਪੈਦਾ ਹੁੰਦੇ ਆ ਉਹਨਾਂ ਨਾਲ ਕਿੱਦਾਂ ਨਿਪਟਣਾ, ਤੇ ਜਿਹੜਾ ਜੇ ਉਹ ਤੋਂ ਬਾਅਦ ਕੋਈ ਜਿਹੜੀ ਵਿਆਹਤਾ ਜੋੜੇ ਦੀ ਕੋਈ ਪ੍ਰਾਪਰਟੀ ਆ ਉਹਦਾ ਡਿਸਪਿਊਟ ਪੈਦਾ ਹੁੰਦਾ ਉਹਦੇ ਨਾਲ ਕਿੱਦਾਂ ਨਿਪਟਣਾ, ਇਹ ਸਾਰੇ ਜਿਹੜੇ ਵਿਆਹ ਨਾਲ ਸੰਬੰਧਿਤ ਸਾਰੇ ਮਸਲੇ ਆ ਜਿਹੜੇ ਭਵਿੱਖ 'ਚ ਪੈਦਾ ਹੁੰਦੇ, ਝਗੜੇ ਵੀ ਹੁੰਦੇ ਆ, ਜਿਹੜੇ ਵਿਆਹ ਤੋਂ ਲੈ ਕੇ ਤਲਾਕ ਤੱਕ ਦੇ, ਜਾਇਦਾਦਾਂ ਦੀ ਵੰਡ ਤੱਕ ਦੇ, ਬੱਚਿਆਂ ਦੀ ਸਪੁਰਦਗੀ ਤੱਕ ਦੇ ਮਸਲੇ, ਇਹਦੇ ਵਿੱਚ ਪੂਰਨ ਐਕਟ ਨਹੀਂ ਹੈਗਾ। ਇਹਦੇ 'ਚ ਸਿਰਫ ਵਿਆਹ ਦੀ ਰਜਿਸਟ੍ਰੇਸ਼ਨ ਦੀ ਵਿਵਸਥਾ ਹੈ। ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਜਿਹੜਾ ਤੁਹਾਡਾ ਪਹਿਲਾਂ ਪ੍ਰਚਲਿਤ ਕਾਨੂੰਨ ਹੈਗੇ ਆ, ਜਾਂ ਹਿੰਦੂ ਮੈਰਿਜ ਐਕਟ ਹੈ, ਜਾਂ ਹੋਰ ਜਿਹੜੇ ਕਾਨੂੰਨ ਹੈਗੇ ਆ, ਉਹਦੇ ਮੁਤਾਬਕ ਹੀ ਉਹ ਸਾਰੇ ਫੈਸਲੇ ਹੋਣਗੇ। ਤੇ ਕਾਨੂੰਨੀ ਮਾਹਰ ਜਿਹੜੇ ਸਿੱਖ ਵਿਦਵਾਨ ਇਹ ਚਾਹੁੰਦੇ ਆ ਕਿ ਆਨੰਦ ਮੈਰਿਜ ਐਕਟ ਮੁਕੰਮਲ ਹੋਣਾ ਚਾਹੀਦਾ। ਇਹਦੇ 'ਚ ਵਿਆਹ ਕਰਾਉਣ ਤੋਂ ਲੈ ਕੇ ਤਲਾਕ ਤੱਕ ਤੇ ਹੋਰ ਵਿਆਹ ਨਾਲ ਸੰਬੰਧਿਤ ਸਾਰੇ ਝਗੜੇ ਨਿਪਟਾਉਣ ਦੇ ਬਾਰੇ 'ਚ ਉਹਦੇ 'ਚ ਵਿਵਸਥਾ ਹੋਣੀ ਚਾਹੀਦੀ ਹੈ। ਤੋਂ ਇਹ ਦੇਖਣਾ ਬਣਦਾ ਹੈ ਕਿ ਹੁਣ ਜਿਹੜਾ ਇਹ ਆਨੰਦ ਮੈਰਿਜ ਐਕਟ ਹੈ ਇਹਨੂੰ ਪੰਜਾਬ 'ਚ ਕਿਵੇਂ ਲਾਗੂ ਕੀਤਾ ਜਾਂਦਾ ਤੇ ਇਹਦੇ ਵਿਆਹ ਨਾਲ ਸੰਬੰਧਿਤ ਮਸਲਿਆਂ ਨਾਲ ਆਨੰਦ ਮੈਰਿਜ ਐਕਟ ਕਿਵੇਂ ਜਿਹੜਾ ਉਹਨਾਂ ਨਾਲ ਨਿਪਟਦਾ, ਕਿ ਜਾਂ ਸਿਰਫ ਇਹਦੇ ਵਿੱਚ ਵਿਆਹ ਦੀ ਰਜਿਸਟ੍ਰੇਸ਼ਨ ਹੀ ਆਨੰਦ ਮੈਰਿਜ ਐਕਟ ਅਧੀਨ ਹੋਏਗੀ ਤੇ ਬਾਕੀ ਜਿਹੜੇ ਵਿਆਹ ਨਾਲ ਸੰਬੰਧਿਤ ਮਾਮਲੇ ਆ ਸਾਰੇ ਦੂਜੇ ਕਾਨੂੰਨਾਂ ਅਧੀਨ ਸੁਲਝਾਏ ਜਾਣਗੇ। ਇਹ ਗੱਲ ਦੇਖਣ ਵਾਲੀ ਆ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹ ਆਨੰਦ ਮੈਰਿਜ ਐਕਟ ਨੂੰ ਕਿਵੇਂ ਲਾਗੂ ਕਰਦੀ ਹੈ। ਜੀ ਬਿਲਕੁਲ। ਬਾਕੀ ਮਾਨਕ ਜੀ, ਕਰਤਾਰਪੁਰ ਲਾਂਘੇ ਦੇ 3 ਵਰ੍ਹੇ ਜਿਹੜੇ ਮੁਕੰਮਲ ਹੋ ਗਏ ਨੇ ਤੇ ਸਰਹੱਦਾਂ ਤਾਂ ਆਪਸ 'ਚ ਮਿਲ ਗਈਆਂ ਨੇ, ਪਰ ਦੂਰੀਆਂ ਅਜੇ ਵੀ ਬਰਕਰਾਰ ਨੇ। ਬੇਸ਼ੱਕ ਸਿੱਖ ਸੰਗਤਾਂ ਗੁਰਧਾਮਾਂ ਦੇ ਦਰਸ਼ਨਾਂ ਦੇ ਲਈ ਪਾਕਿਸਤਾਨ ਜਾ ਰਹੀਆਂ ਨੇ, ਪਰ ਫਿਰ ਵੀ ਕਿਤੇ ਨਾ ਕਿਤੇ ਦੂਰੀਆਂ ਅਜੇ ਵੀ ਬਰਕਰਾਰ ਨੇ। ਇਸ ਬਾਰੇ ਤੁਹਾਡਾ ਕੀ ਕਹਿਣਾ ਹੈ? ਇਹਦੇ 'ਚ ਜਿਹੜੀ ਤੰਜਲ ਜੀ ਗੱਲ ਇਹ ਆ ਕਿ 3 ਸਾਲ ਹੋ ਗਏ ਇਹਨੂੰ ਕਰਤਾਰਪੁਰ ਦਾ ਲਾਂਘਾ ਖੁੱਲਿਆ ਤੇ ਦਰਸ਼ਨ ਸਿਰਫ 1.25 ਲੱਖ ਲੋਕ ਹੀ, ਸਿੱਖ ਸ਼ਰਧਾਲੂ ਹੀ ਕਰ ਸਕੇ ਆ। ਉਹਦਾ 2 ਕਾਰਨ ਆ। ਇੱਕ ਤਾਂ ਜਿਹੜੀ ਉੱਥੇ ਜਾਣ ਦੀ ਵਿਵਸਥਾ ਜਿਹੜੀ ਆ ਗੁੰਝਲਦਾਰ ਹੈ, ਉਹਦੇ 'ਚ ਜਿਹੜੇ ਪਾਸਪੋਰਟ ਵੀ ਦੇਖਿਆ ਜਾਂਦਾ, ਆਨਲਾਈਨ ਜਿਹੜੀ ਆਪਣੀ ਰਜਿਸਟ੍ਰੇਸ਼ਨ ਵੀ ਕਰਾਉਣੀ ਪੈਂਦੀ ਹੈ, ਉਹਦੇ 'ਚ ਇਸ ਕਰਕੇ ਬਹੁਤ ਸਾਰੇ ਲੋਕ ਇਹਨਾਂ ਝਮੇਲਿਆਂ ਤੋਂ ਦੂਰ ਰਹਿੰਦੇ ਆ। ਦੂਜਾ, ਲੋਕਾਂ ਦੇ ਮਨਾਂ 'ਚ ਇਹ ਗੱਲ ਰਹਿੰਦੀ ਹੈ
ਕਿ ਜੇ ਤੁਸੀਂ ਜਾਂਦੇ ਆ ਪਾਕਿਸਤਾਨ ਜਾਂਦੇ ਆ ਕਰਤਾਰਪੁਰ ਦੇ ਲਾਂਘੇ ਦੇ ਰਾਹੀਂ ਤੇ ਤੁਹਾਡੇ ਜਿਹੜੀ ਆ ਪਾਸਪੋਰਟ ਤੇ ਮੋਹਰ ਲੱਗ ਜਾਊਗੀ ਜਾਂ ਤੁਹਾਡਾ ਪਾਸਪੋਰਟ ਦੀ ਉੱਥੇ ਰਜਿਸਟ੍ਰੇਸ਼ਨ ਹੋ ਜਾਏਗੀ, ਉਹਦੇ ਨਾਲ ਤੁਹਾਨੂੰ ਦੂਜੇ ਦੇਸ਼ਾਂ ਦਾ ਵੀਜ਼ਾ ਨਹੀਂ ਮਿਲੇਗਾ। ਇਹ ਜਿਹੜੀ ਧਾਰਨਾ ਇਹ ਵੈਸੇ ਗਲਤ ਹੈ। ਜਿਹੜਾ ਉੱਥੇ ਪਾਸਪੋਰਟ ਦੇਖੇ ਜ਼ਰੂਰ ਜਾਂਦੇ ਆ, ਪਰ ਜਦੋਂ ਕੋਈ ਕਰਤਾਰਪੁਰ ਦੇ ਲਾਂਘੇ ਰਾਹੀਂ ਜਾਂਦਾ ਕਰਤਾਰਪੁਰ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ, ਪਾਸਪੋਰਟ ਦੇਖੇ ਜ਼ਰੂਰ ਜਾਂਦੇ ਆ ਤੇ ਪਰ ਉਹਦੇ ਤੇ ਕੋਈ ਮੋਹਰ ਨਹੀਂ ਲੱਗਦੀ। ਇੱਕ ਤਾਂ ਗੱਲ ਇਹ ਆ। ਦੂਜੀ ਗੱਲ ਇਹ ਆ ਕਿ ਜਿਹੜੀ ਮੁੱਖ ਤੌਰ ਤੇ ਜਿਹੜੇ ਲੋਕਾਂ ਦੀ ਮੰਗ ਇਹ ਆ ਕਿ ਇੱਕ ਆਈਡੀ ਜਿਹੜੀ ਆ, ਇੱਕ ਪਛਾਣ ਪੱਤਰ ਜਿਹੜਾ, ਚਾਹੇ ਉਹ ਆਧਾਰ ਕਾਰਡ ਨੂੰ ਆਧਾਰ ਬਣਾ ਲਓ, ਚਾਹੇ ਕਿਸੇ ਹੋਰ ਜਿਹੜਾ ਪਛਾਣ ਪੱਤਰ ਨੂੰ ਆਧਾਰ ਬਣਾ ਲਓ, ਉਹਦੇ ਆਧਾਰ ਤੇ ਹੀ ਯਾਤਰੀ ਜਿਹੜੇ ਆ ਯਾਤਰਾ ਕਰ ਸਕਣ। ਉਹਨਾਂ ਦੀ ਗੁੰਝਲਦਾਰ ਪ੍ਰਕਿਰਿਆ ਜਿਹੜੀ ਆ ਇਹਦਾ ਸਰਲੀਕਰਨ ਹੋਣਾ ਚਾਹੀਦਾ ਤੇ ਉਹਦੇ ਨਾਲ ਜਿਹੜੀ ਯਾਤਰੂਆਂ ਦੀ ਗਿਣਤੀ ਜਿਹੜੀ ਵੱਧ ਸਕਦੀ ਆ। ਇਹ ਤੋਂ ਬਾਕੀ ਜਿਹੜੇ 3 ਸਾਲਾਂ 'ਚ ਜਿਹੜੇ ਯਾਤਰੂ ਘਟ ਗਏ ਆ, ਉਹਦਾ ਇੱਕ ਕਾਰਨ ਇਹ ਵੀ ਆ ਵੀ ਇਹਦੇ 'ਚ ਕਰੋਨਾ ਆ ਗਿਆ ਸੀ। ਕਰੋਨਾ ਨੇ 1.5-2 ਸਾਲ ਦਾ ਸਮਾਂ ਦਾ ਕਰੋਨਾ ਨੇ ਪ੍ਰਭਾਵਿਤ ਕਰਤਾ, ਇਸ ਕਰਕੇ ਵੀ ਉੱਥੇ ਲੋਕ ਜਾ ਨਹੀਂ ਸਕੇ। ਇੱਕ ਇਹਦੇ 'ਚ ਸਮੱਸਿਆ ਹੋਰ ਹੈ ਤੰਜਲ ਜੀ ਕਿ ਭਾਰਤ ਤੇ ਪਾਕਿਸਤਾਨ ਦੇ ਰਿਸ਼ਤੇ ਜਿਹੜੇ ਆ ਉਹ ਬਹੁਤੇ ਚੰਗੇ ਨਹੀਂ ਹੈਗੇ। ਗੱਲ ਤੇ ਦੋਨੇ ਦੇਸ਼ ਜਿਹੜੇ ਆ ਖੈਬਰਦੇ ਰਹਿੰਦੇ ਆ, ਲੜਦੇ ਰਹਿੰਦੇ ਆ ਤੇ ਭਾਵੇਂ ਜਿਹੜਾ ਸਿੱਖ ਸੰਗਤਾਂ ਦੇ ਦਬਾਅ ਹੇਠ, ਪ੍ਰਭਾਵ ਹੇਠ ਜਿਹੜੀ ਦੋਨਾਂ ਸਰਕਾਰਾਂ ਨੇ ਕਰਤਾਰਪੁਰ ਦੇ ਲਾਂਘੇ ਦੀ ਉਸਾਰੀ ਤਾਂ ਕਰ ਦਿੱਤੀ ਹੈ, ਉਹਦੇ 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਬੜਾ ਵੱਡਾ ਫੈਸਲਾ ਲਿਆ ਸੀ ਜਦੋਂ ਉਹਨਾਂ ਨੇ ਪਾਕਿਸਤਾਨ ਵੱਲੋਂ ਇਹ ਸਾਰੇ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਸੀ। ਤੇ ਉਹ ਇਹ ਫੈਸਲੇ ਤਾਂ ਵੱਡੇ ਕਰ ਲਏ ਆ, ਪਰ ਦੋਨਾਂ ਦੇਸ਼ਾਂ ਦੇ ਸੰਬੰਧ ਚੰਗੇ ਨਾ ਹੋਣ ਕਰਕੇ ਦੋਨੇ ਦੇਸ਼ ਜਿਹੜੇ ਆ ਇਸ ਲਾਂਘੇ ਰਾਹੀਂ ਯਾਤਰੂਆਂ ਦੀ ਆਵਾਜਾਈ ਨੂੰ ਉਤਸ਼ਾਹਿਤ ਕਰਨ ਲਈ ਇਹ ਜਿਹੜੀ ਵਿਧੀ ਹੈ ਯਾਤਰਾ ਦੀ ਨੂੰ ਸਰਲੀਕਰਨ ਕਰਨ ਲਈ ਇਹਦੇ ਲਈ ਕੋਈ ਬਹੁਤਾ ਵੱਡਾ ਉਹਨਾਂ ਨੇ ਕੋਈ ਪਹਿਲ ਕਦਮੀਆਂ ਨਹੀਂ ਕੀਤੀਆਂ। ਹੁਣ ਜਦੋਂ 3 ਸਾਲ ਹੋ ਗਏ ਆ, ਇਹਦੀ ਹਰ ਪੱਖ ਤੋਂ ਇਹਦੀ ਪਰਖ ਪੜਚੋਲ ਕਰਨੀ ਚਾਹੀਦੀ ਹੈ ਕਿ ਯਾਤਰੂਆਂ ਨੂੰ ਕਿਵੇਂ ਉਤਸ਼ਾਹਿਤ ਕੀਤਾ ਜਾਵੇ ਆਵਾਜਾਈ ਲਈ ਤੇ ਇਹਦੇ ਰਾਹ 'ਚ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਉਹਨਾਂ ਨੂੰ ਕਿਵੇਂ ਦੂਰ ਕੀਤਾ ਜਾਵੇ। ਜੀ ਬਿਲਕੁਲ ਮਾਨਕ ਜੀ, ਟੈਕਸ ਚੋਰੀ ਕਰਨ ਨੂੰ ਰੋਕਣ ਦੇ ਲਈ ਜਿਹੜੀ ਹੈ ਇੰਟੈਲੀਜੈਂਸ ਵਿੰਗ ਦੀ ਸਥਾਪਨਾ ਕੀਤੀ ਗਈ ਸੀ ਤਾਂ ਉਹਨੂੰ ਨਾ ਜਿਹੜੇ ਹਰੀ ਝੰਡੀ ਮਿਲ ਗਈ ਹੈ। ਤੁਹਾਨੂੰ ਕੀ ਲੱਗਦਾ ਕਿ ਟੈਕਸ ਚੋਰੀ ਕਰਨ ਨੂੰ ਰੋਕਣ ਦੇ ਵਿੱਚ ਕਿੰਨੀ ਕੁ ਸਹਾਈ ਹੋਊਗੀ, ਕਿੰਨੀ ਕੁ ਫਾਇਦੇਮੰਦ ਹੋਊਗੀ ਤੇ ਕਿੰਨਾ ਕੁ ਟੈਕਸ ਚੋਰੀ ਕਰਨ ਤੋਂ ਬਚਾਏਗੀ ਇਹ? ਉਹਦੇ 'ਚ ਤੰਜਲ ਜੀ ਇਹਦੀ ਲੋੜ ਬੜੀ ਹੈਗੀ ਪੰਜਾਬ 'ਚ। ਜੀ ਬਿਲਕੁਲ। ਪੰਜਾਬ 'ਚ GST ਦੀ ਵਸੂਲੀ ਵੀ ਹਰਿਆਣੇ ਦੇ ਮੁਕਾਬਲੇ 'ਚ ਬੜੀ ਘੱਟ ਹੈ। ਉਹਦਾ ਇੱਕ ਤਾਂ ਕਾਰਨ ਇਹ ਆ ਵੀ ਸਾਡੇ ਸਨਅਤੀ ਤੇ ਵਪਾਰਕ ਸਰਗਰਮੀਆਂ ਘੱਟ ਹੈ। ਹਰਿਆਣਾ ਭਾਵੇਂ ਸਾਡੇ ਨਾਲੋਂ ਛੋਟਾ ਪ੍ਰਾਂਤ ਹੈ, ਪਰ ਉੱਥੇ ਸਾਡੇ ਨਾਲੋਂ ਜ਼ਿਆਦਾ ਵਪਾਰਕ ਤੇ ਸਨਅਤੀ ਤੌਰ ਤੇ ਉਹ ਸਾਡੇ ਨਾਲੋਂ ਜ਼ਿਆਦਾ ਤਰੱਕੀ ਕਰ ਗਿਆ। ਉਹਦਾ ਬਜਟ ਵੀ ਸਾਡੇ ਨਾਲੋਂ ਵੱਡਾ ਹੈ ਤੇ GST ਵਸੂਲੀ ਵੀ ਉਹਨਾਂ ਦੀ ਜ਼ਿਆਦਾ ਹੈ। ਪਰ ਪੰਜਾਬ ਇਸ ਮਾਮਲੇ ਸਾਰੇ 'ਚ ਪਛੜਦਾ ਜਾ ਰਿਹਾ ਵੱਖ-ਵੱਖ ਕਾਰਨਾਂ ਕਰਕੇ। ਉਹਦੇ 'ਚ ਇੱਕ ਜਿਹੜੀ GST ਦੀ ਘੱਟ ਵਸੂਲੀ ਹੋ ਰਹੀ ਹੈ ਜਾਂ ਸਰਕਾਰ ਨੂੰ ਘੱਟ ਟੈਕਸ ਮਿਲ ਰਿਹਾ, ਉਹਦਾ ਵੱਡਾ ਕਾਰਨ ਇਹ ਵੀ ਦੱਸਿਆ ਜਾ ਰਿਹਾ ਕਿ ਇੱਥੇ ਟੈਕਸ ਚੋਰੀ ਬਹੁਤ ਹੁੰਦੀ ਹੈ। ਇੱਥੇ ਜਿਹੜੀ ਹੈ ਜਾਇਜ਼ ਨਜਾਇਜ਼ ਢੰਗ ਨਾਲ ਜਾਲੀ ਜਿਹੜੇ ਬਿੱਲ ਕੱਟ ਕੇ ਵਪਾਰਕ ਕੀਤਾ ਜਾਂਦਾ ਜਾਂ ਬਿੱਲ ਕੱਟੇ ਹੀ ਨਹੀਂ ਜਾਂਦੇ ਤੇ ਜਿੰਨੀਆਂ ਵੀ ਵਪਾਰਕ ਤੇ ਸਨਅਤੀਕਾਰ ਸਰਗਰਮੀਆਂ ਹੁੰਦੀਆਂ ਉਹਦੇ ਕਰਕੇ ਜਿਹੜਾ ਇੱਥੇ ਟੈਕਸ ਚੋਰੀ ਵੱਡੀ ਪੱਧਰ ਤੇ ਹੁੰਦੀ ਹੈ। ਇਸ ਟੈਕਸ ਚੋਰੀ ਨੂੰ ਰੋਕਣ ਲਈ ਹੀ ਇਹਨਾਂ ਨੇ ਇੰਟੈਲੀਜੈਂਸ ਜਿਹੜਾ ਵਿੰਗ ਹੈ ਜਿਹੜਾ ਬਣਾਇਆ ਤੇ ਇਹਨੂੰ ਜੇ ਸਫਲਤਾ ਨਾਲ ਇਹਨੂੰ ਲਾਗੂ ਕੀਤਾ ਜਾਂਦਾ ਹੈ, ਇਹ ਵਿੰਗ ਨੂੰ ਪ੍ਰਭਾਵਸ਼ਾਲੀ ਬਣਾਇਆ ਜਾਂਦਾ ਤੇ ਇਹ ਵਪਾਰਕ ਤੇ ਸਨਅਤੀ ਸਰਗਰਮੀਆਂ ਤੇ ਨਜ਼ਰ ਰੱਖ ਸਕਦਾ ਕਿ ਕਿੱਥੇ ਕੌਣ ਜਿਹੜੀ ਇਹ ਟੈਕਸ ਚੋਰੀ ਕਰ ਰਿਹਾ ਤੇ ਜੇ ਇਸ ਤਰ੍ਹਾਂ ਦੇ ਯਤਨ ਹੁੰਦੇ ਆ ਤੇ ਉਹਦੇ ਨਾਲ ਸਾਡੀ ਟੈਕਸ ਵਸੂਲੀ ਵੱਧ ਸਕਦੀ ਹੈ, ਸਰਕਾਰ ਨੂੰ ਇਹਦੇ ਨਾਲ ਫਾਇਦਾ ਹੋ ਸਕਦਾ ਹੈ। ਜੀ ਬਿਲਕੁਲ। ਬਾਕੀ ਮਾਨਕ ਜੀ, ਬੱਚਿਆਂ ਦੀਆਂ ਅੱਜ ਕੱਲ੍ਹ ਪੜ੍ਹਾਈਆਂ ਬਹੁਤ ਮਹਿੰਗੀਆਂ, ਬੱਚਿਆਂ ਨੂੰ ਪੜ੍ਹਾਉਣਾ ਕਾਫੀ ਜ਼ਿਆਦਾ ਔਖਾ ਹੈ ਕਿਉਂਕਿ ਸਕੂਲਾਂ ਦੀਆਂ ਜਿਹੜੀਆਂ ਫੀਸਾਂ ਵੀ ਬਹੁਤ ਜ਼ਿਆਦੀਆਂ, ਐਡਮਿਸ਼ਨਾਂ ਵੀ ਬਹੁਤ ਜ਼ਿਆਦੀਆਂ ਨੇ, ਪਰ ਪੜ੍ਹਾਈਆਂ ਦੇ ਨਾਲ ਉਹਨਾਂ ਦੀਆਂ ਟਿਊਸ਼ਨਾਂ ਵੀ ਜ਼ਰੂਰੀ ਹੁੰਦੀਆਂ ਨੇ ਕਿਉਂਕਿ ਪੜ੍ਹਾਈਆਂ ਅੱਜ ਕੱਲ੍ਹ ਇੰਨੀਆਂ ਔਖੀਆਂ ਨੇ, ਨਾ ਤਾਂ ਮਾਂ-ਬਾਪ ਪੜ੍ਹਾ ਸਕਦੇ ਨੇ, ਨਾ ਤਾਂ ਮਾਂ-ਬਾਪ ਕੋਲ ਟਾਈਮ ਹੁੰਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਮਾਂ ਦੇ ਸਕਣ। ਕਈ ਵਾਰ ਇੱਦਾਂ ਮਾਂ-ਬਾਪ ਇੰਨਾ ਪੜ੍ਹਿਆ ਲਿਖਿਆ ਨਹੀਂ ਹੁੰਦਾ, ਪਰ ਉਹ ਚਾਹੁੰਦਾ ਹੈ ਕਿ ਉਹਨਾਂ ਦਾ ਬੱਚਾ ਜਿਹੜਾ ਅੱਗੇ ਵਧੇ ਤੇ ਕੁਝ ਕਰੇ ਤੇ ਇਸ ਲਈ ਉਹ ਉਹਨਾਂ ਨੂੰ ਮਹਿੰਗੀਆਂ ਪੜ੍ਹਾਈਆਂ ਕਰਾਉਂਦੇ ਨੇ ਤੇ ਨਾਲ ਹੀ ਟਿਊਸ਼ਨਾਂ ਵੀ ਦਿਵਾਉਂਦੇ ਨੇ। ਉੱਥੇ ਹੀ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸਿੱਖਿਆ ਨੂੰ ਮੁਨਾਫੇ ਦਾ ਸਾਧਨ ਨਹੀਂ ਬਣਾਇਆ ਜਾਏਗਾ, ਜਿਹੜੀਆਂ ਟਿਊਸ਼ਨ ਫੀਸ ਆ ਉਹ ਸਸਤੀਆਂ ਹੋਣੀਆਂ ਚਾਹੀਦੀਆਂ। ਇਹਦੇ ਬਾਰੇ ਤੁਹਾਡੇ ਕੀ ਵਿਚਾਰ? ਤੰਜਲ ਜੀ, ਇਹ ਜਿਹੜਾ ਫੈਸਲਾ ਆਇਆ ਆਂਧਰਾ ਪ੍ਰਦੇਸ਼ ਦੇ ਇੱਕ ਕਾਲਜ ਨਰੈਣਾ ਕਾਲਜ ਹੈ ਉਹਦੇ ਸੰਬੰਧ 'ਚ ਆਇਆ। ਇਹਦਾ ਜਿਹੜੀ ਟਿਊਸ਼ਨ ਫੀਸ ਦਾ ਇੱਥੇ ਅਰਥ ਹੈ ਜਿਹੜੀਆਂ MBBS ਜਿਹੜੀਆਂ ਮੈਡੀਕਲ ਦੀ ਪੜ੍ਹਾਈ ਵਿੱਚ ਜਿਹੜੀ ਕਾਲਜਾਂ ਵੱਲੋਂ ਟਿਊਸ਼ਨ ਫੀਸ ਲਈ ਜਾਂਦੀ ਆ ਉਹਦੀ ਗੱਲ ਹੈ ਤੇ ਉਹਦੇ 'ਚ ਉੱਥੇ ਜਿਹੜੀ ਹੈ 7 ਗੁਣਾ ਜਿਹੜੀ ਆ ਉਹਨਾਂ ਨੇ ਟਿਊਸ਼ਨ ਫੀਸ ਵਧਾ ਕੇ 24 ਲੱਖ ਰੁਪਈਆ ਸਾਲਾਨਾ ਕਰ ਦਿੱਤੀ ਸੀਗੀ ਤੇ ਉਹ ਮਾਮਲਾ ਜਿਹੜਾ ਗਿਆ ਅਦਾਲਤ 'ਚ ਗਿਆ
ਤੇ ਦੂਜਾ ਜਿਹੜਾ ਉਹ ਜਿਹੜੀ ਉੱਥੇ ਦਾ ਹਾਈ ਕੋਰਟ ਆ ਉਹਨੇ ਇਹਦੇ ਤੇ ਰੋਕ ਲਾਤੀ ਸੀ ਤੇ ਫਿਰ ਕਾਲਜ ਕਮੇਟੀ ਨੇ ਸੁਪਰੀਮ ਕੋਰਟ 'ਚ ਅਪੀਲ ਪਾਈ ਤੇ ਸੁਪਰੀਮ ਕੋਰਟ ਨੇ ਇਹ ਗੱਲ ਕਹਿਤੀ ਆ ਕਿ ਇਹਨੂੰ ਸਿੱਖਿਆ ਜਿਹੜੀ ਹੈਗੀ ਆ ਪੜ੍ਹਾਈ ਸਿੱਖਿਆ ਦਾ ਜਿਹੜੀ ਹੈਗੀ ਪੜ੍ਹਾਈ ਦਾ ਕੰਮਕਾਰ ਹੈਗਾ ਇਹਨੂੰ ਨਿਰੋਲ ਵਪਾਰਕ ਨਹੀਂ ਬਣਾਇਆ ਜਾ ਸਕਦਾ। ਇਸ ਗੱਲ ਦਾ ਧਿਆਨ ਰੱਖਣਾ ਪਊਗਾ ਕਿ ਫੀਸਾਂ ਜਿਹੜੀਆਂ ਇਹਦੀਆਂ ਬਹੁਤੀਆਂ ਜ਼ਿਆਦਾ ਨਾ ਹੋਣ ਕਿ ਆਮ ਲੋਕ ਦੇ ਹੀ ਨਾ ਸਕਣ ਤੇ ਇਸ ਕਰਕੇ ਉਹਨਾਂ ਨੇ ਕਿਹਾ ਕਿ ਇਹ ਜਿਹੜੀਆਂ ਕਾਲਜਾਂ ਨੂੰ ਜਾਂ ਜਿਹੜੀਆਂ ਰਾਜ ਸਰਕਾਰਾਂ ਨੂੰ ਇਹ ਖੁੱਲੀ ਛੁੱਟੀ ਨਹੀਂ ਦਿੱਤੀ ਜਾ ਸਕਦੀ ਕਿ ਉਹ ਜਿਹੜੀਆਂ ਟਿਊਸ਼ਨ ਫੀਸਾਂ ਜਾਂ ਹੋਰ ਫੀਸਾਂ ਜਿਹੜੀਆਂ ਕਾਲਜਾਂ ਦੀ ਹੈਗੀਆਂ ਉਹਦੇ 'ਚ ਬਹੁਤ ਵੱਡਾ ਵਾਧਾ ਕਰ ਦਿੱਤਾ ਜਾਏ। ਇਹਦੇ ਰੈਗੂਲੇਸ਼ਨ ਇਹਨੂੰ ਰੈਗੂਲੇਟ ਕਰਨ ਲਈ ਸਟੇਟ ਪੱਧਰ ਤੇ ਕਮੇਟੀਆਂ ਹੋਣੀਆਂ ਚਾਹੀਦੀਆਂ ਤੇ ਇਹਨਾਂ ਨੂੰ ਫੀਸਾਂ ਜਿਹੜੀਆਂ ਘੱਟ ਤੋਂ ਘੱਟ ਰੱਖੀਆਂ ਜਾਣੀਆਂ ਚਾਹੀਦੀਆਂ ਤੇ ਇੱਕ ਸ਼ਲਾਘਾਯੋਗ ਫੈਸਲਾ ਆ। ਕੌਮੀ ਪੱਧਰ ਤੇ ਇਹਦੇ ਨਾਲ ਵਿਚਾਰ ਚਰਚਾ ਹੋਏਗੀ ਕਿਉਂਕਿ ਬਹੁਤ ਸਾਰੇ ਨਿੱਜੀ ਅਦਾਰੇ ਜਿਹੜੇ ਯੂਨੀਵਰਸਿਟੀਆਂ ਕਾਲਜ ਜਾਂ ਸਕੂਲ ਚਲਾ ਰਹੇ ਆ ਉਹਨਾਂ ਨੇ ਪੂਰੀ ਤਰ੍ਹਾਂ ਇਹਨੂੰ ਇੱਕ ਵਪਾਰਕ ਧੰਦਾ ਬਣਾ ਲਿਆ। ਬਹੁਤ ਜ਼ਿਆਦਾ ਭਾਵੇਂ ਉਹ ਵਪਾਰਕ ਅਦਾਰੇ ਚੰਗੀ ਪੜ੍ਹਾਈ ਕਰਾਉਂਦੇ ਆ ਪਰ ਫੀਸਾਂ ਇੰਨੀਆਂ ਜ਼ਿਆਦਾ ਲਈਆਂ ਜਾਂਦੀਆਂ ਕਿ ਹਰ ਵਿਅਕਤੀ ਜਿਹੜਾ ਕਿ ਇੱਥੋਂ ਤੱਕ ਕਿ ਮੱਧ ਸ਼੍ਰੇਣੀ ਦੇ ਲੋਕ ਵੀ ਜਿਹੜੇ ਸਕੂਲਾਂ ਕਾਲਜਾਂ ਤੇ ਯੂਨੀਵਰਸਿਟੀਆਂ ਦੀਆਂ ਫੀਸਾਂ ਦੇਣ ਤੋਂ ਦੇ ਸਮਰੱਥ ਨਹੀਂ ਹੁੰਦੇ ਤੇ ਇੱਥੇ ਕੋਈ ਨਾ ਕੋਈ ਕੇਂਦਰੀ ਪੱਧਰ ਤੇ ਰਾਜਾਂ ਦੀ ਪੱਧਰ ਤੇ ਰੈਗੂਲੇਟਰੀ ਕਮੇਟੀਆਂ ਜ਼ਰੂਰ ਹੋਣੀਆਂ ਚਾਹੀਦੀਆਂ ਤੇ ਸਮੇਂ-ਸਮੇਂ ਉਹ ਰੈਗੂਲੇਟਰੀ ਕਮੇਟੀਆਂ ਜਿਹੜੀਆਂ ਸਕੂਲਾਂ ਕਾਲਜਾਂ ਤੇ ਯੂਨੀਵਰਸਿਟੀਆਂ ਦੀਆਂ ਫੀਸਾਂ ਦਾ ਰਿਵਿਊ ਕਰਦੀਆਂ ਰਹਿਣ ਤੇ ਯਤਨ ਇਹ ਹੋਣੇ ਚਾਹੀਦੇ ਆ ਕਿ ਵੱਧ ਤੋਂ ਵੱਧ ਲੋਕਾਂ ਦੀ ਪਹੁੰਚ ਵਿੱਚ ਜਿਹੜੀ ਇਹ ਪੜ੍ਹਾਈ ਵੱਧ ਤੋਂ ਵੱਧ ਲੋਕਾਂ ਦੀ ਪਹੁੰਚ ਵਿੱਚ ਰਹੇ। ਜੀ ਬਿਲਕੁਲ। ਬਾਕੀ ਮਾਣਕ ਜੀ 6 ਸਾਲ ਪਹਿਲਾਂ 8 ਨਵੰਬਰ ਨੂੰ ਹੀ ਨੋਟਬੰਦੀ ਹੋਈ ਸੀਗੀ ਤੇ 500 ਤੇ 1000 ਰੁਪਏ ਦੇ ਜਿਹੜੇ ਨੋਟ ਉਹ ਬੰਦ ਕਰ ਦਿੱਤੇ ਗਏ ਸੀ ਤੇ ਇਸ ਉੱਤੇ ਵਿਰੋਧੀ ਧਿਰ ਨੇ ਕਿਹਾ ਕਿ ਇਹਨਾਂ ਨੂੰ ਜਿਹੜੇ ਨੋਟਬੰਦੀ ਕਰਵਾਈ ਇਹਦਾ ਕੋਈ ਫਾਇਦਾ ਨਹੀਂ ਹੋਇਆ। ਦੂਸਰਾ ਆਰਥਿਕ ਪਰੇਸ਼ਾਨੀਆਂ ਹੀ ਹੋਈਆਂ, ਲੋਕਾਂ ਨੂੰ ਵੀ ਕਾਫੀ ਜ਼ਿਆਦਾ ਉਸ ਟਾਈਮ ਖੱਜਲ ਖਵਾਰ ਹੋਣਾ ਪਿਆ ਸੀਗਾ ਤੇ ਇਹਦਾ ਨੋਟਬੰਦੀ ਲੈ ਕੇ ਜੋ ਫੈਸਲਾ ਲਿਆ ਗਿਆ ਸੀ ਉਹਦਾ ਫਾਇਦਾ ਜਿਹੜਾ ਅਜੇ ਤੱਕ ਕੁਝ ਦੇਖਣ ਨੂੰ ਨਹੀਂ ਮਿਲਿਆ। ਇਸ ਸੰਬੰਧੀ ਤੁਹਾਡਾ ਕੀ ਵਿਚਾਰ ਹੈ? ਇਹ ਤੰਜਲ ਜੀ ਜਿਹੜੀ ਵਿਰੋਧੀ ਪਾਰਟੀਆਂ ਜਿਹੜਾ ਦੋਸ਼ ਲਾਉਂਦੀਆਂ ਕਿ ਜਿਹੜੀ ਕੀਤੀ ਗਈ ਸੀ 6 ਸਾਲ ਪਹਿਲਾਂ ਨੋਟਬੰਦੀ ਉਹ ਵੀ ਪ੍ਰਧਾਨ ਮੰਤਰੀ ਅਚਾਨਕ ਟੈਲੀਵਿਜ਼ਨ ਤੇ ਆਏ ਤੇ ਉਹਨਾਂ ਨੇ ਐਲਾਨ ਕਰਤਾ ਕਿ ਅੱਜ ਰਾਤ ਤੋਂ 8 ਵਜੇ ਤੋਂ ਜਿਹੜਾ 500 ਤੇ 1000 ਦੇ ਨੋਟ ਨਹੀਂ ਚੱਲਣਗੇ। ਉਹ ਤੋਂ ਬਾਅਦ ਜਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਆਮ ਲੋਕਾਂ ਨੂੰ ਸਾਹਮਣਾ ਕਰਨਾ ਪਿਆ, ਜਿੱਦਾਂ 150 ਦੇ ਲਗਭਗ ਲੋਕ ਲਾਈਨਾਂ 'ਚ ਬੈਂਕਾਂ ਦੇ ਮੂਹਰੇ ਖੜੇ ਜਿਹੜੇ ਆ ਆਪਣੇ ਪੈਸੇ ਕਢਾਉਣ ਦੇ ਮਾਮਲੇ 'ਚ ਪਰੇਸ਼ਾਨ ਹੋ ਕੇ ਉਹਨਾਂ ਦੀਆਂ ਜਾਨਾਂ ਚਲੇ ਗਈਆਂ। ਇਹ ਤੇ ਉਹ ਤੋਂ ਬਾਅਦ ਜਿਸ ਤਰ੍ਹਾਂ ਦਾ ਜਿਹੜਾ ਸਾਡੇ ਰਸਮੀ ਤੇ ਗੈਰ ਰਸਮੀ ਸਾਡੀਆਂ ਵਪਾਰਕ ਸਰਗਰਮੀਆਂ ਸੀਆਂ, ਸਾਡੇ ਵੱਖ-ਵੱਖ ਸੈਕਟਰ ਜਿਹੜੇ ਛੋਟੀ ਤੇ ਦਰਮਿਆਨੀ ਸਨਅਤ ਜਿਹੜੀ ਸੀ, ਛੋਟੇ ਵਪਾਰੀ ਸੀਗੇ ਜਿਹੜੇ, ਉਹਨਾਂ ਨੂੰ ਜਿਸ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਉਹ ਹੁਣ ਇੱਕ ਇਤਿਹਾਸ ਦਾ ਹਿੱਸਾ ਹੈ। ਤੇ ਜੇ ਅੱਜ ਵਿਰੋਧੀ ਪਾਰਟੀਆਂ ਇਹ ਕਹਿੰਦੀਆਂ ਕਿ ਜਿਹੜੇ ਸਰਕਾਰ ਨੇ ਉਸ ਵੇਲੇ ਦਾਅਵੇ ਕੀਤੇ ਸੀ, ਪ੍ਰਧਾਨ ਮੰਤਰੀ ਨੇ ਦਾਅਵੇ ਕੀਤੇ ਸੀ ਇਹਦੇ ਨਾਲ ਕਾਲਾ ਧਨ ਜਿਹੜਾ ਖਤਮ ਹੋ ਜਾਏਗਾ, ਇਹਦੇ ਨਾਲ ਅੱਤਵਾਦੀ ਸੰਗਠਨ ਹੈ ਉਹਨਾਂ ਦੀ ਫੰਡਿੰਗ ਬੰਦ ਹੋ ਜਾਏਗੀ, ਇਹਦੇ ਨਾਲ ਡਿਜੀਟਲ ਲੈਣ ਦੇਣ ਵੱਧ ਜਾਏਗਾ, ਇਹਦੇ ਚੋਂ ਤਿੰਨੇ ਹੀ ਗੱਲਾਂ ਜਿਹੜੀਆਂ ਉਹ ਗਲਤ ਸਾਬਤ ਹੋਈਆਂ। ਜਿਹੜੀਆਂ ਅੱਜ ਵੀ ਜਿਹੜੀ ਨਗਦੀ ਨਾਲ ਜ਼ਿਆਦਾ ਕੰਮਕਾਰ ਜਿਹੜੇ ਭਾਰਤ ਵਿੱਚ ਹੁੰਦੇ ਆ ਤੇ ਅੱਗੇ ਨਾਲੋਂ ਨੋਟਬੰਦੀ ਦੇ ਸਮੇਂ ਨਾਲੋਂ ਵੀ ਜ਼ਿਆਦਾ ਨੋਟ ਜਿਹੜੇ ਆ ਨਗਦੀ ਦੇ ਰੂਪ 'ਚ ਲੋਕਾਂ ਦੇ ਕੋਲ ਹੈਗੇ ਆ ਤੇ ਜੇ ਕਾਲਾ ਧਨ ਵੀ ਇਹਦੇ ਨਾਲ ਕੋਈ ਖਤਮ ਨਹੀਂ ਹੋਇਆ ਤੇ ਬਾਕੀ ਜਿਹੜੀ ਅੱਤਵਾਦੀ ਸੰਗਠਨ ਸੀਗੇ ਉਹਨਾਂ ਦੀ ਫੰਡਿੰਗ ਰੋਕਣ 'ਚ ਵੀ ਇਹਦੇ ਨਾਲ ਕੋਈ ਕਾਮਯਾਬੀ ਨਹੀਂ ਮਿਲੀ। ਇਹਦੇ 'ਚ ਕੋਈ ਵੀ ਕਾਮਯਾਬੀ ਜਿਹੜੀ ਆ ਉਹ ਨਹੀਂ ਮਿਲੀ ਸਕੀ ਤੇ ਇਸੇ ਕਰਕੇ ਨਾ ਹੁਣ ਪ੍ਰਧਾਨ ਮੰਤਰੀ ਨੋਟਬੰਦੀ ਨੂੰ ਆਪਣੀ ਪ੍ਰਾਪਤੀ ਵਜੋਂ ਪੇਸ਼ ਕਰਦੇ ਆ, ਨਾ ਹੀ ਭਾਜਪਾ ਦਾ ਕੋਈ ਆਗੂ ਜਿਹੜਾ ਇਹਦੇ ਬਾਰੇ ਕੋਈ ਕਹਿੰਦਾ ਤੇ ਜਿਹੜੇ ਇਹਨਾਂ ਤੇ ਉਹਨਾਂ ਨੇ ਘੇਸਲ ਵੱਟੀ ਹੋਈ ਆ ਤੇ ਵਿਰੋਧੀ ਪਾਰਟੀਆਂ ਹੀ ਜਿਹੜੀਆਂ 6 ਸਾਲ ਹੋਣ ਤੇ ਜਿਹੜੀ ਨੋਟਬੰਦੀ ਦੀ ਵਰ੍ਹੇਗੰਢ ਤੇ ਆ ਜਿਹੜੀ ਵਿਰੋਧੀ ਪਾਰਟੀਆਂ ਹੀ ਜਿਹੜੀ ਇਹਦੇ ਤੇ ਗੱਲ ਕਰ ਰਹੀਆਂ ਤੇ ਭਾਜਪਾ ਦਾ ਪ੍ਰਧਾਨ ਮੰਤਰੀ ਤੋਂ ਲੈ ਕੇ ਭਾਜਪਾ ਦਾ ਕੋਈ ਸੀਨੀਅਰ ਲੀਡਰ ਇਹਦੇ ਤੇ ਬਿਆਨ ਦੇਣ ਲਈ ਤਿਆਰ ਨਹੀਂ ਹੈਗਾ। ਇਹ ਮੈਂ ਸਮਝਦਾ ਇੱਕ ਬਹੁਤ ਵੱਡੀ ਇਹ ਜਿਹੜੀ ਗਲਤੀ ਸੀ ਜਿਹੜੀ ਪ੍ਰਧਾਨ ਮੰਤਰੀ ਨੇ ਕੀਤੀ ਸੀ ਔਰ ਉਹਨਾਂ ਨੂੰ ਖੁੱਲ੍ਹ ਦਿਲ ਨਾਲ ਇਸ ਗਲਤੀ ਨੂੰ ਸਵੀਕਾਰ ਕਰਨਾ ਚਾਹੀਦਾ। ਉਸ ਵੇਲੇ ਸਾਡੇ ਸਾਬਕ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਕਿਹਾ ਸੀ ਕਿ ਇਸ ਗਲਤੀ ਨਾਲ ਦੇਸ਼ ਦੀ ਆਰਥਿਕਤਾ 2% ਹੇਠਾਂ ਆ ਜਾਏਗੀ। ਉਹਨਾਂ ਦੀ ਗੱਲ 16 ਨੇ ਸਹੀ ਸਾਬਤ ਹੋਈ ਤੇ ਲਗਭਗ 2% ਸਾਡੀ ਵਿਕਾਸ ਦਰ ਆ ਇਹਦੇ ਨਾਲ ਹੇਠਾਂ ਆਈ ਸੀ। ਸਾਡੀ ਆਰਥਿਕਤਾ ਤੇ ਇਹਦੇ ਨਾਲ ਉਲਟ ਪ੍ਰਭਾਵ ਪਏ ਸੀਗੇ। ਜੀ ਬਿਲਕੁਲ। ਬਾਕੀ ਮਾਣਕ ਜੀ ਖਬਰਾਂ ਤਾਂ ਬਹੁਤ ਨੇ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ। ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਸਟੂਡੀਓ ਵਿੱਚ ਆਏ। ਹੋਰ ਨਵੀਆਂ ਖਬਰਾਂ ਲੈ ਕੇ ਜਲਦੀ ਹਾਜ਼ਰ ਹੋਵਾਂਗੇ। ਤਦ ਤੱਕ ਲਈ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਤੇ ਜੇਕਰ ਪ੍ਰੋਗਰਾਮ ਚੰਗਾ ਲੱਗਾ ਤਾਂ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਣਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।